ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੇ ਧੁਰ ਦਰਗਾਹੀ ਬਚਨ ਪੜ੍ਹਦੇ ਸੁਣਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋਏ ਆ ਰਹੇ ਹਾਂ। ਕਿਰਪਾਲੂ ਦਇਆਲੂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਡੇ ਕਲਯੁਗ ਜੀਵਾਂ ਦੇ ਉੱਪਰ ਮਿਹਰਬਾਨੀ ਕਰਦਿਆਂ ਰਹਿਮਤ ਵਰਸਾਉਂਦਿਆਂ ਹੋਇਆਂ ਸਾਨੂੰ ਪਾਵਨ ਪਵਿੱਤਰ ਧੁਰ ਦਰਗਾਹੀ ਬਚਨਾਂ ਦੇ ਦੁਆਰਾ ਨਿਵਾਜਦੇ ਨੇ। ਮਹਾਰਾਜ ਜੀ ਨੇ ਜੋ ਧੁਰ ਦਰਗਾਹੀ ਬਚਨ ਨੇ ਉਹ ਗੁਰੂ ਸਰੂਪ ਬਖਸ਼ਿਸ਼ ਕਰਕੇ ਸਾਨੂੰ ਉਹਨਾਂ ਨਾਲ ਜੋੜਿਆ। ਉਹ ਧੁਰ ਦਰਗਾਹੀ ਗੁਰਬਾਣੀ ਗੁਰੂ ਸਰੂਪ ਜੋ ਬਚਨ ਨੇ ਉਹਨਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1382 ਅੰਗ ਤੇ ਸਾਹਿਬ ਬਾਬਾ ਫਰੀਦ ਸਾਹਿਬ ਮਹਾਰਾਜ ਤਿੰਨਾਂ ਦੀ ਜ਼ੁਬਾਨੀ ਪਾਕ ਤੋਂ ਜੋ ਸ਼ਲੋਕ ਉਚਾਰਨ ਕੀਤੇ ਹੋਏ ਨੇ ਉਹਨਾਂ ਦੀ ਵਿਚਾਰ ਨੂੰ ਅਸੀਂ ਪ੍ਰੇਮ ਸਾਹਿਤ ਪੜ੍ਹਦੇ ਸੁਣਦੇ ਆ ਰਹੇ। ਬਾਬਾ ਫਰੀਦ ਸਾਹਿਬ ਨੇ ਜੋ ਬਚਨਾਂ ਨੂੰ ਕਮਾਇਆ ਹੈ ਤੇ ਪਰਿਪੂਰਨ ਪਰਮਾਤਮਾ ਦੀ ਆਬਾਦਤ ਕਰਦਿਆਂ ਮਾਲਿਕ ਦੇ ਨਾਮ ਨੂੰ ਧਿਆਇਆ ਹੈ। ਸੰਸਾਰ ਨੂੰ ਉਹਨਾਂ ਨੇ ਦੀਦਿਆਂ ਦੇ ਨਾਲ ਤੱਕਣਾ ਕੀਤਾ ਹੈ ਕਿ ਸੰਸਾਰ ਐਸੀ ਜਲਨ ਦੇ ਵਿੱਚ ਮਚ ਰਿਹਾ ਹੈ, ਸੜ ਰਿਹਾ ਹੈ। ਸੰਸਾਰ ਦੇ ਜੀਵਾਂ ਨੂੰ ਉਹ ਪਾਵਨ ਉਪਦੇਸ਼ ਦ੍ਰਿੜ ਕਰਵਾਉਂਦੇ ਨੇ। ਅਗਰ ਇਹਨਾਂ ਦੁੱਖਾਂ ਤੋਂ ਇਹਨਾਂ ਦਰਦਾਂ ਤੋਂ ਬਚਣਾ ਚਾਹੁੰਦੇ ਹੋ, ਸੰਸਾਰ ਦੇ ਅੰਦਰ ਇਹ ਵਾਰ-ਵਾਰ ਦਾ ਸਰੀਰ ਧਾਰਨ ਕਰਨਾ, ਵਾਰ-ਵਾਰ ਦਾ ਜਨਮ ਲੈ ਕੇ ਆਉਣਾ, ਮਰ ਕਰ ਚਲੇ ਜਾਣਾ, ਜੇ ਜੀਵ ਇਹਦੇ ਤੋਂ ਰਹਿਤ ਹੋਣਾ ਚਾਹੁੰਦੇ ਹੋ ਤੇ ਮਹਾਰਾਜ ਕਹਿੰਦੇ ਨੇ ਫਿਰ ਇਬਾਦਤ ਕਰ, ਬੰਦਗੀ ਕਰ, ਗੁਰੂ ਦਾ ਲੜ ਪਕੜ। ਇਸ ਚੱਕਰ ਦੇ ਵਿੱਚੋਂ ਬਾਹਰ ਨਿਕਲ ਜਾਏਗਾ। ਸਾਹਿਬ ਬਾਬਾ ਫਰੀਦ ਜੀ ਨੇ ਸਮਝਾਉਣਾ ਕੀਤਾ। ਮਹਾਰਾਜ ਕਹਿੰਦੇ ਨੇ ਗੱਲਾਂ ਵਾਲੇ 20 ਸੱਜਣ ਮਿਲ ਜਾਣਗੇ ਤੇ ਮਹਾਰਾਜ ਸਾਹਿਬ ਕਹਿੰਦੇ ਜਿਹਨੂੰ ਇੱਕ ਨੂੰ ਅਸੀਂ ਢੂੰਡਦੇ ਹਾਂ ਨਾ, ਉਹ ਇੱਕ 20 ਵਿੱਚੋਂ ਕਿਸੇ ਦੇ ਕੋਲ ਨਹੀਂ। ਮਹਾਰਾਜ ਮੇਰ ਕਰਦੇ ਫਰੀਦਾ ਗੱਲੀ ਸੋ ਸੱਜਣ 20, ਗੱਲਾਂ ਵਾਲੇ 20 ਸੱਜਣ ਮਿਲਣਗੇ, ਇੱਕ ਢੂੰਡੇਂਦੀ ਨਾ ਲਾਹਾਂ। ਇਹਨਾਂ ਵਿੱਚੋਂ ਇੱਕ ਵੀ ਢੂੰਡਿਆਂ ਮਿਲਦਾ ਨਹੀਂ, ਇੱਕ ਵੀ ਲੱਭਦਾ ਨਹੀਂ। ਇੱਕ ਨਾਲੋਂ ਵੱਧ ਕੇ ਇਹ ਹੈ ਨਹੀਂ। ਮਹਾਰਾਜ ਮੇਰ ਕਰਦੇ ਨੇ ਉਹ ਨੇ 20 ਦੇ 20 ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਨਿਰੰਕਾਰ ਮਿਲਿਆ ਨਹੀਂ। ਤੇ ਫਿਰ ਮੈਂ ਇਹਨਾਂ 20 ਤੋਂ ਕੀ ਕਰਾਉਣਾ ਆ, ਫਿਰ ਇੱਕ ਨੂੰ ਭਾਲਾਂ।
ਮਹਾਰਾਜ ਸਾਹਿਬ ਕਹਿੰਦੇ ਗੱਲੀ ਸੋ ਸੱਜਣ ਵੀ, ਇੱਕ ਟੁਡੇਂਦੀ ਨਾ ਲਾਹਾਂ। ਇੱਕ ਨੂੰ ਭਾਲਦੇ ਫਿਰਦੇ ਆ, ਸੰਸਾਰ ਦੇ ਅੰਦਰ ਨਿਰੰਕਾਰ ਨੂੰ ਉਹ ਮਿਲਿਆ ਨਹੀਂ। ਸੱਚੀ ਸਰਕਾਰ ਮਿਹਰ ਕਰਦੇ ਨੇ, ਸੰਸਾਰ ਵਿੱਚ ਆਇਆ ਉਹਦੇ ਵਿਛੋੜੇ ਅੰਦਰ ਪਰਮਾਤਮਾ ਦੇ ਤੁਖਾਂ ਜਿਉ ਮਾਲੀ ਕਾਰਨ ਤਿਨਾ ਮਾ ਪਿਰੀ। ਮਹਾਰਾਜ ਕਹਿੰਦੇ ਐਉਂ ਧੁਖਦਾ ਹੈ ਮੈਂ ਉਸ ਮਿਲੀ ਦੀ ਤਰ੍ਹਾਂ, ਜਿਵੇਂ ਗੋਹਿਆਂ ਦਾ ਚੂਰ ਭੁਣ ਜਿਹਾ ਹੁੰਦਾ ਹੈ ਨਾ, ਉਹਦੀ ਅੱਗ ਨਹੀਂ, ਉਹ ਧੁਖਦਾ ਹੀ ਰਹਿੰਦਾ ਹੈ, ਧੂੰਆਂ ਨਿਕਲਦਾ ਹੀ ਰਹਿੰਦਾ ਹੈ। ਮੇਰਾ ਹਿਰਦਾ ਉਹਦੀ ਤਰ੍ਹਾਂ ਧੁਖਦਾ ਹੈ। ਕਾਹਦੇ ਤੋਂ ਹਿਰਦਾ ਧੁਖਦਾ ਹੈ? ਬਾਬਾ ਫਰੀਦ ਸਾਹਿਬ ਕਹਿੰਦੇ ਕਾਰਨ ਤਿਨਾ ਮਾਪਿਰੀ। ਕਾਰਨ ਇਹ ਆ ਕਿ ਉਹ ਜਿਹੜਾ ਮੇਰਾ ਪਿਰੀ ਪਿਆਰਾ ਵਾਹਿਗੁਰੂ ਆ ਨਾ, ਉਹ ਨਹੀਂ ਮਿਲ ਰਿਹਾ। ਉਹਦੇ ਕਾਰਨ ਅੰਦਰੋਂ ਦੁੱਖ ਹੈ ਵਿਛੋੜੇ ਦਾ। ਸੱਚੀ ਸਰਕਾਰ ਕਹਿੰਦੇ ਉਹ ਮਾਲਕ ਨਾਲ ਜੁੜ, ਦੁੱਖ ਚਲਾ ਜਾਏਗਾ। ਇੱਕ ਨਾਲ ਤੁਰਨਾ ਕਰ ਇੱਕ ਦੇ ਮਾਰਗ ਨੂੰ। ਮਹਾਰਾਜ ਕਹਿੰਦੇ ਫਰੀਦਾ ਇਹੋ ਤਨ ਭੌਕਣਾ, ਨਿਤ ਨਿਤ ਦੁਖੀਏ ਕੌਣ, ਕੰਨੀ ਬੁਝੇ ਦੇ ਰਹਾ ਕੀਤੀ ਵਗੈ ਪਾਉਣ। ਮਹਾਰਾਜ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਔਰ ਇਹੋ ਤਨ ਭੌਂਕਣਾ। ਮਹਾਰਾਜ ਕਹਿੰਦੇ ਤਨ ਦਰ ਦਰ ਤੇ ਐਉਂ ਕੂਕਦਾ ਪਿਆ, ਦਰ ਦਰ ਤੇ ਐਉਂ ਭਟਕਦਾ ਹੋਇਆ, ਆਵਾਜ਼ਾਂ ਪਿਆ ਮਾਰਦਾ ਹੈ, ਕੁਰਲਾਉਂਦਾ ਹੈ। ਤੇ ਮਹਾਰਾਜ ਕਹਿੰਦੇ ਇਹਦਾ ਕੁਰਲਾਉਣਾ ਭਗਵਾਨ ਪ੍ਰਤੀ ਨਹੀਂ, ਸੰਸਾਰ ਦੇ ਪਦਾਰਥਾਂ ਪ੍ਰਤੀ ਹੈ। ਤੇ ਇਹਨੂੰ ਪਦਾਰਥਾਂ ਦੇ ਵਿੱਚੋਂ ਸਕੂਨ ਨਹੀਂ ਮਿਲਦਾ, ਪਦਾਰਥਾਂ ਦੇ ਵਿੱਚੋਂ ਸੰਸਾਰ ਵਿੱਚੋਂ ਰੱਜ ਨਹੀਂ ਮਿਲਦਾ। ਅੰਦਰ ਦੀ ਭੁੱਖ ਵੱਧਦੀ ਜਾਂਦੀ ਹੈ, ਅੰਦਰ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਅੰਦਰ ਦੀ ਪਕੜ ਦੇ ਵਿੱਚ ਜਕੜਿਆ ਜਾ ਰਿਹਾ ਹੈ। ਮਹਾਰਾਜ ਸਾਹਿਬ ਕਹਿੰਦੇ ਜਿਵੇਂ ਸੰਸਾਰ ਵਿੱਚ ਕੁੱਤਾ ਭੌਂਕਦਾ ਫਿਰਦਾ ਹੈ ਨਾ, ਉਵੇਂ ਮਨ ਭੌਂਕਦਾ, ਉਹਦੀ ਤਰ੍ਹਾਂ ਚੀਕਾਂ ਮਾਰਦਾ, ਉਹਦਾ ਵੀ ਭੌਂਕਿਆ ਅਜਾਈ ਜਾਂਦਾ ਹੈ, ਇਹਦਾ ਵੀ ਰੌਲਾ ਪਾਇਆ ਅਜਾਈ ਜਾਂਦਾ ਹੈ। ਮਹਾਰਾਜ ਕਹਿੰਦੇ ਕਿਸੇ ਦਾ ਥਾਏ ਨਹੀਂ ਪੈਂਦਾ। ਮਹਾਰਾਜ ਸੱਚੀ ਸਰਕਾਰ ਕਹਿੰਦੇ ਇਹੋ ਤਨ ਭੌਂਕਣਾ। ਜੇ ਤਨ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ, ਤਨ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਪ੍ਰਗਟ ਨਹੀਂ ਕੀਤਾ, ਗਿਆਨ ਨੂੰ ਪ੍ਰਗਟ ਨਹੀਂ ਕੀਤਾ, ਮਹਾਰਾਜ ਸਾਹਿਬ ਕਹਿੰਦੇ ਇਹਦਾ ਜਿੰਨਾ ਬੋਲਣਾ, ਜਿੰਨਾ ਵਿਚਰਨਾ ਸਾਰਾ ਫਜ਼ੂਲ ਹੀ ਹੈ, ਅਜਾਈ ਹੈ, ਕਿਸੇ ਵੀ ਕੰਮ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨਿਤ ਨਿਤ ਦੁਖੀਏ ਕੌਣ। ਇਸ ਤਰ੍ਹਾਂ ਦੇ ਦੁੱਖ ਤੋਂ ਨਿਤ ਨਿਤ ਹਰ ਰੋਜ਼ ਕੌਣ ਦੁਖੀ ਹੁੰਦਾ ਫਿਰੇ, ਕੌਣ ਰੋਣੇ ਰੋਂਦਾ ਫਿਰੇ। ਮਹਾਰਾਜ ਸਾਹਿਬ ਕਹਿੰਦੇ ਨਿਤ ਨਿਤ ਦੁਖੀਏ ਕੌਣ। ਇਹਨਾਂ ਨਿਤ ਦੇ ਦੁਖੀਆਂ ਨੂੰ ਕੌਣ ਗਿਣਤੀ ਕਰੇ। ਬਈ ਇਹ ਕਿੰਨੇ ਕਿੰਨੇ ਜਿਹੜੇ ਰੱਬ ਤੋਂ ਵਿਛੜੇ ਹੋਏ ਰੌਲਾ ਪਾਉਂਦੇ ਨੇ, ਕਰਲਾਉਂਦੇ ਨੇ, ਦੁਹਾਈਆਂ ਦਿੰਦੇ ਨੇ, ਪਰ ਮਿਲਾਪ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਇਸ ਤਰ੍ਹਾਂ ਦੇ ਨਿਤ ਦੇ ਦੁੱਖਾਂ ਨੂੰ ਕੌਣ ਜਿਹੜਾ ਸਹਾਰਨਾ ਕਰੇ। ਬੜੇ ਦੁੱਖ ਨੇ ਤੇ ਚੌਗਿਰਦਿਓਂ ਇਹ ਕੂਕਾਂ ਪੁਕਾਰਾਂ ਜਿਹੜੀਆਂ ਨੇ ਕੰਨਾਂ ਵਿੱਚ ਆ ਕੇ ਆਵਾਜ਼ਾਂ ਪਈਆਂ ਪੈਂਦੀਆਂ ਨੇ, ਇਹਨਾਂ ਦੇ ਮਗਰ ਟੁਰ ਗਏ। ਆਪਣੇ ਮੰਜ਼ਲ ਤੋਂ, ਆਪਣੇ ਮਾਰਗ ਤੋਂ ਵੀ ਖੁੰਝ ਜਾਵਾਂਗੇ ਔਰ ਇਹਨਾਂ ਦੇ ਮਗਰ ਤੁਰ ਪਏ। ਇਹ ਸੰਸਾਰ ਦੇ ਲੋਕਾਂ ਦੀਆਂ ਸੰਸਾਰੀ ਘਟਨਾਵਾਂ ਨੂੰ ਸਮਝ ਕੇ, ਸੰਸਾਰੀ ਹਾਵ ਭਾਵਾਂ ਨੂੰ ਅਪਣਾ ਕੇ, ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਇਹਨਾਂ ਦੇ ਮਗਰ ਤੁਰ ਪਏ।
ਪੱਲੇ ਕੁਝ ਨਹੀਂ ਪੈਣਾ। ਮਹਾਰਾਜ ਕਹਿੰਦੇ ਮੈਂ ਇਹਨਾਂ ਦੀਆਂ ਸੁਣਨ ਨਹੀਂ ਆਇਆ। ਇਹ ਮਨੁੱਖ ਦੇ ਅੰਦਰ ਦੀ ਆਵਾਜ਼ ਹੋਵੇ। ਬਾਬਾ ਫਰੀਦ ਸਾਹਿਬ ਦੀ ਐਸੀ ਹਾਲਤ ਨਹੀਂ ਸੀ। ਉਹ ਉੱਤਮ ਭਗਤੇ ਦੇ ਦੁਆਰਾ ਸਾਨੂੰ ਦੱਸਦੇ ਤੁਸੀਂ ਕੀ ਕਰਨਾ ਤੇ ਸੰਸਾਰ ਕੀ ਕਰ ਰਿਹਾ। ਬਾਬਾ ਫਰੀਦ ਸਾਹਿਬ ਕਹਿੰਦੇ ਤੇਰੇ ਅੰਦਰ ਦੀ ਆਵਾਜ਼ ਹੋਵੇ। ਮੈਂ ਇਹ ਬੋਲ ਬਾਣੀ ਤੇ ਰੱਬ ਤੋਂ ਦੂਰ ਲੈ ਜਾਣ ਵਾਲੇ ਜਿਹੜੇ ਬੋਲ ਆ ਨਾ, ਜਿਨ੍ਹਾਂ ਵਿੱਚ ਰੱਬ ਦੀ ਇਬਾਦਤ ਨਹੀਂ, ਜਿਨ੍ਹਾਂ ਵਿੱਚ ਕੋਈ ਗੁਣ ਹੀ ਨਹੀਂ, ਮੈਂ ਉਹਨਾਂ ਆਵਾਜ਼ਾਂ ਨੂੰ ਸੁਣਦਾ ਪਿਆ। ਹੁਣ ਸੰਸਾਰ ਦੇ ਵਿੱਚ ਆਪਾਂ ਨੂੰ ਪਤਾ ਨਾ ਕਿਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸੁਣੀਆਂ ਜਾ ਰਹੀਆਂ ਨੇ, ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ। ਤੇ ਜੇ ਉਹਦਾ ਮਤਲਬ ਚੰਗੀ ਤਰ੍ਹਾਂ ਸਮਝ ਲਈਏ ਨਾ, ਇਹੋ ਜਿਹੇ ਗੀਤ ਸ਼ੀਤ ਵੱਜਦੇ ਨੇ ਤੇ ਘਰ ਦੇ ਪਰਿਵਾਰ ਦੇ ਵਿੱਚ ਹੀ ਸੁਣਨ ਵਾਲੇ ਨਹੀਂ। ਔਰ ਉਹ ਕਹਿੰਦੇ ਕੀ ਪਏ, ਉਹਨਾਂ ਦੇ ਮੈਨਿਆਂ ਨੂੰ ਸਮਝੀਏ ਨਾ, ਉੱਥੇ ਬੈਠੇ ਝੂਮੀ ਜਾਂਦੇ ਆ। ਤੇ ਕਈ ਵਾਰ ਉਹਨੂੰ ਵੇਖ ਕੇ ਉਹਨੂੰ ਧਿਆਨ ਨਾਲ ਸਮਝੇ ਕੀ ਕਹਿੰਦਾ ਹੈ। ਤੇ ਜੋ ਕਹਿੰਦਾ ਹੈ, ਜੇ ਅਗਰ ਮੇਰੇ ਬੱਚਿਆਂ ਨੇ ਅਪਣਾ ਲਿਆ ਫਿਰ ਕੀ ਬਣੇਗਾ? ਫਿਰ ਦੁਹਾਈਆਂ ਮਚਾਉਣੇ। ਉਹ ਜੀਵਨ ਦੇ ਵਿੱਚ ਜੋ ਸੁਣਿਆ ਹੈ ਨਾ, ਉਹਨੇ ਉਤਰਨਾ ਹੈ। ਤੇ ਉਹ ਜਿਹੋ ਜਿਹੇ ਗੀਤ ਸੁਣੇ, ਦੋ ਪਾਸੜ ਉਹ ਚੱਲਦੇ ਹੁੰਦੇ ਨੇ। ਔਰ ਉਹਨਾਂ ਨੂੰ ਮੈਂ ਨਾ ਤੜਕੇ ਦੁਹਰਾਵਾਂ, ਔਰ ਤੁਹਾਨੂੰ ਪਤਾ ਮੇਰੇ ਨਾਲੋਂ ਜ਼ਿਆਦਾ ਪਤਾ ਕਿਹੋ ਜਿਹੇ ਵੱਜਦੇ ਨੇ ਸੰਸਾਰ ਵਿੱਚ। ਤੇ ਫਿਰ ਉਹ ਜਿਹੜੇ ਨੇ ਉਹ ਬੋਲ, ਜਿਨ੍ਹਾਂ ਦਾ ਕੋਈ ਜ਼ਿੰਦਗੀ 'ਚ ਮਤਲਬ ਨਹੀਂ, ਜਿਨ੍ਹਾਂ ਨੇ ਸਕੂਨ ਦੇਣਾ ਨਹੀਂ, ਭੰਗ ਕਰਨਾ ਹੈ। ਮਹਾਰਾਜ ਸਾਹਿਬ ਕਹਿੰਦੇ ਆਪਣੀ ਬਿਰਤੀ ਵੀ ਭੰਗ ਕੀਤੀ। ਤੇ ਤੂੰ ਤਾਂ ਜੇ ਮੁੜ ਕੇ ਕਿਤੇ ਰੱਬ ਦਾ ਨਾਂ ਲੈ ਲਵੇਂ, ਜਿਹੜੇ ਤੇਰੇ ਜਵਾਕਾਂ ਨੇ ਉਹ ਬੋਲ ਸੁਣ ਲੈ ਨਾ ਆਵਾਜ਼ਾਂ, ਉਹਨਾਂ ਦੀ ਤਾਂ ਬਿਰਤੀ ਮਨ ਦੇ ਖਿੰਡੀ ਜਾਣਾ। ਉਹਨਾਂ ਗੱਲਾਂ ਨੂੰ ਸੁਣ ਕੇ ਉਹਨਾਂ ਨੇ ਤੇਰਾ ਵੀ ਮਨ ਟਿਕਣ ਨਹੀਂ ਹੁੰਦੇ ਨਾ, ਅਗਰ ਉਹਨਾਂ ਦੀ ਆਵਾਜ਼ ਕੰਨਾਂ ਵਿੱਚ ਇਹ ਪੈਂਦੀ ਰਹੀ। ਮਹਾਰਾਜ ਸਾਹਿਬ ਕਹਿੰਦੇ ਉਹ ਆਵਾਜ਼ਾਂ ਸੁਣਦੀਆਂ ਨੇ। ਤੂੰ ਸੁਣ ਕੀ ਆਇਆ ਹੈ? ਉਹਨੂੰ ਸਾਹਿਬ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ। ਸੰਸਾਰ ਵਿੱਚ ਕਾਹਦੇ ਲਈ ਸਰੀਰ ਮਿਲਿਆ ਕਿ ਰੱਬ ਦੇ ਬੋਲਾਂ ਨੂੰ ਸੁਣੇ, ਰੱਬ ਦੇ ਬੋਲਾਂ ਨੂੰ ਪੜ੍ਹੇ ਤੇ ਜੀਵਨ ਜਿਹੜਾ ਸਫਲਾ ਹੋਵੇਗਾ। ਨਹੀਂ ਤੇ ਨਾਮ ਵਿਸਾਰ, ਨਾ ਬਾਣੀ ਨੂੰ ਸੁਣਿਆ, ਨਾ ਬਾਣੀ ਨੂੰ ਪੜ੍ਹਿਆ, ਨਾਮ ਅੰਦਰ ਟਿਕਣਾ ਸੀ। ਇਹਨਾਂ ਦੋਨਾਂ ਕਾਰਨਾਂ ਕਰਕੇ ਅੰਦਰ ਨਾਮ ਚੱਲਣਾ ਸੀ। ਰੱਬ ਦਾ ਭੈ ਤੇ ਭਾਉ ਪ੍ਰੇਮ ਦੋਨੇ ਅੰਦਰ ਉਤਪੰਨ ਹੋਣੇ ਸੀ। ਮਹਾਰਾਜ ਕਹਿੰਦੇ ਦੋਨੇ ਕੰਮ ਨਹੀਂ ਕੀਤੇ, ਨਾਮ ਵਿਸਾਰ ਲੱਗੇ ਅਨ ਲਾਲਚ। ਫਿਰ ਅੰਦਰ ਲਾਲਚ ਨੇ ਜਨਮ ਲਿਆ। ਜਦੋਂ ਬਾਹਰ ਬੰਦਗੀ ਦੇ ਬੋਲਾਂ ਨੂੰ ਛੱਡ ਕੇ, ਪਰਮਾਤਮਾ ਦੇ ਬੋਲਾਂ ਨੂੰ ਛੱਡ ਕੇ ਕੁਝ ਹੋਰ ਸੁਣਿਆ ਨਾ, ਤੇ ਹੋਰ ਪਾਸੇ ਲੈ ਗਿਆ। ਜੋ ਕੁਝ ਕੰਨਾਂ ਨਾਲ ਸੁਣਿਆ ਉਹਨੇ ਦਿਮਾਗ ਤੇ ਅਸਰ ਕੀਤਾ ਹੈ। ਜਿਹਨੇ ਦਿਮਾਗ ਔਰ ਦਿਲ ਤੇ ਅਸਰ ਕੀਤਾ ਹੈ, ਤਨ ਦੇ ਖਿਆਲਾਤ ਬਣ ਗਏ ਉਹ ਹੋ ਜਾਏ, ਅਪਣਾਉਣ ਦੇ, ਉਧਰ ਨੂੰ ਜਾਣ ਦੇ, ਉਹ ਚੀਜ਼ਾਂ ਘਰ ਵਿੱਚ ਲਿਆਉਣ ਦੇ, ਉਹ ਦੇ ਗੁਣ ਗਣਾਉਣ ਲੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਤੇ ਤੈਨੂੰ ਵਾਹਿਗੁਰੂ ਚੇਤੇ ਆਵੇ, ਵਾਹਿਗੁਰੂ ਸਾਹਿਬ ਕਹਿੰਦੇ ਉਹ ਵਿਸਰ ਗਿਆ ਹੈ। ਤੇ ਜਿਹਨੂੰ ਵਿਸਰ ਗਿਆ ਦਾਤਾਰ ਔਰ ਉਹ ਖੁਆਰ ਹੋ ਗਿਆ, ਜਿਹਨੂੰ ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਉਹਨਾਂ ਨੂੰ ਭੁੱਲ ਗਿਆ ਹੈ। ਤੇ ਤੇਰੇ ਅੰਦਰ ਦੀ ਅਰਦਾਸ ਹੋਵੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਜਿਹੜਾ ਵਿਸਰ ਗਿਆ ਨਾ, ਨਾਮ ਵਿਸਾਰ ਦਿੱਤਾ ਹੈ, ਉਹ ਅਰਦਾਸ ਕਰ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ।
ਤੇਰੇ ਅੰਦਰ ਚਾਹ ਹੋਵੇ, ਚਾਹ ਹੈ ਗੀਤ ਗਾਉਣ ਦਾ, ਚਾਹ ਹੈ ਗੀਤ ਤੇ ਠੁਮਕੇ ਲਾਉਣ ਦਾ। ਛੋਟੇ ਛੋਟੇ ਬੱਚਿਆਂ ਨੂੰ ਵੀ ਉਹੀ ਕੰਮ ਹੀ ਸਿਖਾ ਦਿੱਤਾ, ਨਚਾਰਾਂ ਵਾਲਾ। ਨਚਾਰ ਬਣਾਉਣੇ ਸ਼ੁਰੂ ਕਰ ਦਿੱਤੇ ਬੱਚੇ। ਅਸਾਂ ਨੇ ਭਗਤ ਗੁਰਸਿੱਖ ਸਾਧੂ ਤਾਂ ਕੀ ਬਣਾਉਣੇ ਸੀ, ਨਚਾਰ ਬਣਾਉਣੇ, ਨਾਚੇ ਬਣਾ ਦਿੱਤੇ ਨੇ ਜਵਾਕ ਜਿਹੜੇ ਨੇ। ਤੇ ਕੁਝ ਤਾਂ ਨਾ ਸੰਸਾਰ ਨੇ ਆ ਜਿਹੜਾ ਸੀ ਨਾ ਹੁਣ ਲੋਕਡਾਊਨ ਨੇ ਬੜਾ ਜਵਾਕਾਂ ਤੇ ਅਸਰ ਪਾਇਆ। ਸਿਆਣਿਆਂ ਨੇ ਕਿਹਾ ਬਈ ਇਹਨਾਂ ਤੋਂ ਇਹ ਚੀਜ਼ਾਂ ਦੂਰ ਰੱਖੋ, ਦੇਣੀਆਂ ਪਈਆਂ। ਮੋਬਾਈਲ ਸੀ ਨਾ ਤੇ ਇਹਦੇ ਵਿੱਚ ਜਵਾਕਾਂ ਨੂੰ ਪਕੜਾਉਣੇ ਪਏ ਬਈ ਪੜ੍ਹ ਲਓ। ਪੜ੍ਹਨਾ ਤਾਂ ਕੀ ਸੀ, ਉਹ ਕੁਝ ਹੋਰ ਹੀ ਲੱਗ ਪਏ ਨੇ, ਗੇਮਾਂ ਖੇਲਣ ਲੱਗ ਪਏ, ਹੋਰ ਉੱਤੇ ਮੂਵੀਆਂ ਦੇਖਣ ਲੱਗ ਪਏ, ਉਧਰ ਨੂੰ ਚੱਲ ਪਏ, ਵਿਗੜ ਗਏ, ਸਗੋਂ ਪੜ੍ਹਾਈ ਤੋਂ ਵੀ ਗਏ। ਜਿਹੜਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਉਹ ਹੋ ਗਿਆ। ਕਲਯੁਗ ਨੇ ਆਪਣਾ ਪ੍ਰਭਾਵ ਦਿਖਾ ਦਿੱਤਾ। ਤੇ ਹੁਣ ਹਟਾ ਕੇ ਦੇਖ ਲਿਆ ਜੇ ਕਿਸੇ ਜਵਾਕ ਨੂੰ ਘਰੇ, ਫਿਰ ਕੀ ਹੁੰਦਾ ਹੈ। ਮੇਰਾ ਵੀ ਹੈ, ਤੁਹਾਡਾ ਵੀ ਹੈ, ਸਾਰਿਆਂ ਨਾਲ ਹੀ ਇਹ ਹੋਇਆ ਹੈ। ਔਰ ਕਿਸੇ ਨੂੰ ਕਿਹਾ ਜੇ ਛੱਡ ਦੇ ਮੋਬਾਈਲ, ਆਨੇ ਕੱਢੇਗਾ ਜਵਾਕ। ਮਹਾਰਾਜ ਮਿਹਰ ਕਰਦੇ ਨੇ, ਕਿਉਂਕਿ ਉਹਦਾ ਰਸ ਉਹ ਬਣ ਚੁੱਕਾ ਹੈ, ਉਹਨੂੰ ਰਸ ਉਹਦੇ ਵਿੱਚੋਂ ਆਉਣ ਲੱਗ ਪਿਆ। ਤੈਨੂੰ ਦੀਦਾ ਮਾੜਾ, ਉਹ ਕਹਿੰਦਾ ਮੇਰਾ ਪਿਓ ਮਾੜਾ, ਮੇਰੀ ਮਾਂ ਮਾੜੀ, ਕਿਉਂਕਿ ਮੈਨੂੰ ਇਹ ਖੇਲਣੋਂ ਡੱਕਦੇ ਨੇ, ਮੈਨੂੰ ਇਹ ਦੇਖਣੋਂ ਡੱਕਦੇ ਨੇ। ਸਾਨੂੰ ਪਤਾ ਹੈ ਇਹਦੇ 'ਚ ਬਰਬਾਦ ਹੋ ਜਾਵੇਂਗਾ, ਕਹਿੰਦਾ ਮੈਂ ਖੇਡ ਖੇਡ ਕੇ ਆਬਾਦ ਹੋ ਜਾਵਾਂਗਾ। ਮਹਾਰਾਜ ਮਿਹਰ ਕਰਦੇ ਨੇ ਔਰ ਨਾਮ ਵਿਸਾਰ ਦਿੱਤਾ। ਵਿਸਰ ਗਿਆ ਦਾਤਾ ਜਿਹਨੇ ਸੁੱਖ ਦੇਣਾ ਸੀ ਤੇ ਜ਼ਿੰਦਗੀ ਦੁੱਖ ਬਣ ਗਈ, ਦੁਖਦਾਈ। ਮਹਾਰਾਜ ਸਾਹਿਬ ਮਿਹਰ ਕਰਦੇ, ਉਹਨਾਂ ਨੂੰ ਸੁਣਦਾ, ਉਹਨਾਂ ਦਿਲ ਔਰ ਦਿਮਾਗ ਤੇ ਪ੍ਰਭਾਵ ਪਾਇਆ। ਬੱਚੇ ਕੰਮ ਹੀ ਉਹੋ ਜਿਹੇ ਕਰਨ ਲੱਗ ਪਏ, ਉਹੋ ਜਿਹੀਆਂ ਹਰਕਤਾਂ ਛੋਟੇ ਛੋਟੇ ਬੱਚਿਆਂ 'ਚ, ਕਿਉਂਕਿ ਉਹ ਮੂਵੀਆਂ ਦੇਖਦੇ ਉਹੋ ਜਿਹੀਆਂ ਨੇ ਔਰ ਸੁਣਦੇ ਉਹੋ ਜਿਹੇ, ਉਹੀ ਕੰਮ ਕੀਤੀ ਜਾਂਦਾ ਅੰਦਰ। ਮਹਾਰਾਜ ਸਾਹਿਬ ਕਹਿੰਦੇ ਉਹਦੇ ਅੱਗੇ ਅਰਦਾਸ ਕਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾ, ਦਿਨ ਰਾਤ ਨਾਨਕ ਚਾਓ। ਇਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਵਿਸਾਰ ਦੇ, ਨਾਮ ਵਿਸਾਰ। ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਨੀ। ਜਨਮ ਵਿਅਰਥ ਤਾਂ ਹੀ ਗਿਆ ਜੇ ਨਾਮ ਵਿਸਾਰਤਾ, ਨਾਮ ਭੁੱਲ ਗਿਆ। ਹੁਣ ਜਿਹੜਾ ਸੀ ਇਹ ਸਹੂਲਤ ਵੀ ਸੀ, ਇਹਦੇ ਤੋਂ ਕਥਾ ਸੁਣੇ, ਕੀਰਤਨ ਸੁਣੇ। ਮਹਾਰਾਜ ਸਾਹਿਬ ਕਹਿੰਦੇ ਉਧਰ ਨੂੰ ਨਹੀਂ ਗਿਆ, ਕਿਉਂਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਹ ਸਹੂਲਤ ਦਾ ਇਸਤੇਮਾਲ ਕੀਤਾ ਹੈ ਮਾੜੇ ਵਾਸਤੇ, ਬਰਬਾਦੀ ਵਾਸਤੇ, ਆਬਾਦੀ ਵਾਸਤੇ ਨਹੀਂ। ਮਹਾਰਾਜ ਕਹਿੰਦੇ ਇਹੋ ਜਿਹੀਆਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਨੇ, ਔਰ ਮਹਾਰਾਜ ਕਹਿੰਦੇ ਇਹੋ ਜਿਹੇ ਜਿਹੜੇ ਸੰਸਾਰੀ ਬੋਲ ਨੇ, ਬਿਰਤੀਆਂ ਖੰਡਾਊਕਾਰੀ ਬੋਲ ਨੇ, ਜਿਹੜੇ ਰੱਬ ਦੇ ਬੋਲ ਨਹੀਂ, ਜਿਹੜੇ ਜਗਤ ਵੱਲ ਨੂੰ ਆਕਰਸ਼ਿਤ ਕਰਨ ਵਾਲੇ ਬੋਲ ਨੇ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਨਹੀਂ ਉਹ ਸੁਣਨਾ ਚਾਹੁੰਦਾ। ਕੰਨੀ ਬੁੱਝੇ ਦੇ ਰਹਾ, ਕੰਨਾਂ ਦੇ ਵਿੱਚ ਔਰ ਪਾ ਕੇ ਵਸਤੂ ਤੇ ਬੰਦ ਕਰਕੇ ਰੱਖਾਂ, ਇਹ ਆਵਾਜ਼ ਬਾਹਰ ਦੀ ਸੁਣੇ ਨਾ ਮੈਨੂੰ। ਜਿਹੜੇ ਢੋਲ ਢਮੱਕੇ ਵੱਜਦੇ ਨੇ, ਗੀਤ ਸ਼ੀਤ ਵੱਜਦੇ ਨੇ, ਔਰ ਮਹਾਰਾਜ ਮਿਹਰ ਕਰਦੇ ਬਈ ਉਹਨਾਂ ਤੋਂ ਮੈਂ ਬਚਾਂ। ਸੱਚੀ ਸਰਕਾਰ ਨੇ ਬਚਨ ਕਹੇ। ਅੰਮ੍ਰਿਤਸਰ ਦੇ ਇਲਾਕੇ ਵਿੱਚ ਇੱਕ ਸੰਤ ਹੋਏ ਸਨ, ਮੁੰਦਿਆਂ ਵਾਲੇ ਉਹਨਾਂ ਨੂੰ ਕਹਿੰਦੇ ਸਨ। ਡਾਕਟਰ ਭਾਈ ਵੀਰ ਸਿੰਘ ਉਹਨਾਂ ਦੇ ਸਮੇਂ ਵਿੱਚ ਹੋਏ ਉਹ, ਤੇ ਉਹਨਾਂ ਨੇ ਜੇ ਤਾਂ ਰੱਬ ਦੀ ਗੱਲ ਕੋਈ ਕਰੇ ਸੱਜਣ ਤੇ ਉਹਨਾਂ ਸੁਣਦੇ ਰਹਿਣਾ। ਉਹਨਾਂ ਨਾ ਛੋਟੇ ਛੋਟੇ ਬੂੰਦਾਂ ਜੀਆਂ ਬਣਾ ਕੇ ਉੱਪਰ ਕੱਪੜਾ ਲਪੇਟਿਆ ਹੋਇਆ ਸੀ ਰੂਈ ਦੀਆਂ, ਤੇ ਗਲ 'ਚ ਲਟਕਾਈਆਂ ਹੁੰਦੀਆਂ ਸੀ। ਅਗਰ ਕੋਈ ਲੱਗ ਪਿਆ ਆਪਣੀਆਂ ਗੱਲਾਂ ਪੁੱਛਣ, ਇੱਕ ਦੂਜੇ ਨਾਲ ਸੰਸਾਰੀ ਕਰਨ,
ਉਹਨਾਂ ਚੁੱਕਣਾ ਤੇ ਕੰਨਾਂ ਵਿੱਚ ਦੇ ਲੈਣੇ, ਆਪ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਣਾ, ਇਹਦੀ ਆਵਾਜ਼ ਨਾ ਕੰਨਾਂ ਵਿੱਚ ਪਏ। ਉਸੇ ਨੂੰ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ, ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪੌਣ। ਜਿਹੜੀ ਸੰਸਾਰ ਦੀ ਹਵਾ ਐਸੀ ਵਗ ਰਹੀ ਏ, ਜਿਹੜੀ ਬਰਬਾਦ ਕਰ ਦੇਣ ਵਾਲੀ ਏ, ਸੰਸਾਰ ਦੀ ਵਿਕਾਰਾਂ ਦੀ, ਦੁਰਾਚਾਰ ਦੀ, ਈਰਖਾ ਦੀ, ਬਦਫੈਲੀਆਂ ਦੀ ਇਹ ਹਵਾ ਵਗ ਰਹੀ ਏ। ਕਹਿੰਦੇ ਇਸ ਆਵਾਜ਼ ਤੋਂ, ਇਸ ਸ਼ੋਰ ਸ਼ਰਾਬੇ ਤੋਂ ਮੈਂ ਕੰਨਾਂ ਦੇ ਵਿੱਚ ਔਰ ਉਹ ਮੁੰਦੇ ਦੇ ਕੇ ਬੰਦ ਕਰ ਦੇਵਾਂ, ਔਰ ਉਹ ਆਵਾਜ਼ ਕੰਨਾਂ ਵਿੱਚ ਪਹੁੰਚੇ ਨਾ, ਨਿਰੰਕਾਰ ਦੀ ਆਵਾਜ਼ ਪਹੁੰਚੇ। ਤੇ ਮਹਾਰਾਜ ਨੇ ਵੀ ਇਹ ਬਚਨ ਕਹੇ, ਕਰਨ ਨਾ ਸੁਣੇ ਨਾਮ। ਜਿਹੜੇ ਕੰਨ ਨਾਮ ਹੀ ਨਾ ਸੁਣਦੇ, ਔਰ ਕਹਿੰਦੇ ਕਰਨ ਮੁੰਦ ਘਾਲਿਆ, ਉਹ ਕੰਨ ਜਿਹੜੇ ਪ੍ਰਭੂ ਦਾ ਨਾਮ, ਪ੍ਰਭੂ ਦੀ ਗੱਲ ਨਹੀਂ ਨਾ ਸੁਣਦੇ, ਕਹਿ ਲੱਗੇ ਉਹਨਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਵੇ, ਬੰਦ ਕਰ ਦਿੱਤੇ ਜਾਣ। ਕਿਉਂਕਿ ਕੰਨ ਇਹ ਚੀਜ਼ਾਂ ਸੁਣਨ ਵਾਸਤੇ ਨਹੀਂ ਮਿਲੇ, ਕਿਤੇ ਗੁਰੂ ਬਾਣੀ ਨੂੰ ਪੜ੍ਹੀਏ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸਰਾਵਣੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਰੀਰ ਨਾਲ ਲਾਇਆ ਹੈ ਕਿ ਰੱਬ ਦੀ ਬਾਣੀ ਸੁਣੋ, ਪਰਮਾਤਮਾ ਦੀ ਬਾਣੀ ਸੁਣੋ। ਤੇ ਜੇ ਬਾਣੀ ਨੂੰ ਸੁਣੇ, ਭਗਤੀ ਵਾਲੇ ਬਚਨ ਸੁਣੇ, ਬੰਦਗੀ ਵਾਲੇ ਸੁਣੇ, ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਸੁਣ ਨਾਲ ਬੜੀਆਂ ਉਪਾਧੀਆਂ ਮਿਲਦੀਆਂ ਏ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਔਰ ਮਹਾਰਾਜ ਕਹਿੰਦੇ ਨੇ ਸੁਣ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ। ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਔਰ ਕਾਲ ਵੀ ਤੈਨੂੰ ਛੋਹ ਨਹੀਂ ਸਕੇਗਾ ਜੇ ਤੂੰ ਬੰਦਗੀ ਕਰੇ, ਬੰਦਗੀ ਸੁਣੇ, ਇਬਾਦਤ ਸੁਣੇ, ਪਰਮਾਤਮਾ ਦਾ ਨਾਮ ਸੁਣੇ। ਮਹਾਰਾਜ ਸਾਹਿਬ ਮਿਹਰ ਕਰਦੇ ਉਹਨੂੰ ਸੁਣ, ਤੇ ਸੁਣ ਦੇ ਨਾਲ ਹੀ ਔਰ ਪਰਮਾਤਮਾ ਨੂੰ ਪਾਵੇਂਗਾ। ਜੇ ਉਹਨੂੰ ਸੁਣੇਗਾ ਤੇ ਗਾਵੇਂਗਾ। ਜੋ ਕੁਝ ਮਨੁੱਖ ਸੁਣਦਾ ਹੈ ਉਹ ਜ਼ਬਾਨ ਤੇ ਬੋਲ ਆ ਜਾਂਦੇ ਨੇ, ਜੋ ਸੁਣਦਾ ਹੈ। ਅਗਰ ਬੱਚਾ ਸਾਡੀ ਆਵਾਜ਼ ਨਾ ਸੁਣੇ, ਬੱਚਾ ਬਹੁਤ ਲੰਮੇ ਸਮੇਂ ਤੱਕ ਬੋਲੇਗਾ ਨਹੀਂ। ਬੱਚੇ ਨੂੰ ਮਨੁੱਖਾਂ 'ਚ ਨਾ ਰੱਖੋ ਜਨਮਦੇ ਨੂੰ, ਤੇ ਉਹ ਮਨੁੱਖਾਂ ਦੀ ਆਵਾਜ਼ ਨਾ ਸੁਣੇ, ਜੰਗਲ ਵਿੱਚ ਛੱਡ ਦੇਵੋ, ਪੰਛੀਆਂ ਦੀ ਆਵਾਜ਼ ਸੁਣੇ, ਜਾਨਵਰਾਂ ਦੀ ਆਵਾਜ਼ ਸੁਣੇ, ਔਰ ਪਸ਼ੂਆਂ ਦੀਆਂ ਆਵਾਜ਼ਾਂ ਚੀਕਾਂ ਸੁਣੇ, ਉਹੀ ਉਹ ਕੁਝ ਕਰੇਗਾ, ਉਹੀ ਕਰੇਗਾ। ਔਰ ਜਾਨਵਰਾਂ ਦੀ ਤਰ੍ਹਾਂ ਭੱਜ ਭੱਜ ਕੇ ਔਰ ਜਿਹੜਾ ਹੈ ਦਰਖਤਾਂ ਤੇ ਪਹੁੰਚ ਜਾਵੇਗਾ। ਆਪਾਂ ਉਹਨੂੰ ਦਿਸਦੇ ਦੋ ਲੱਤਾਂ ਤੇ ਚੱਲਦੇ ਹਾਂ, ਉਹ ਹੱਥਾਂ ਨਾਲ ਵੀ ਚਾਰਾਂ ਵਾਂਗੂ ਚੱਲੇਗਾ। ਉਹਦਾ ਚੱਲਣਾ ਐਸਾ ਹੋ ਜਾਏਗਾ। ਉਹਦੇ ਬੋਲ ਨਹੀਂ ਉਹਦੇ ਕੋਲ ਆਉਣਗੇ, ਉਹਦੇ ਕੋਲ ਚੀਕਾਂ ਆਉਣਗੀਆਂ। ਜਿਵੇਂ ਆ ਜਾਨਵਰ ਪੰਛੀ ਚੀਕਾਂ ਮਾਰਦੇ ਨਾ, ਉਵੇਂ ਚੀਕਾਂ ਮਾਰੇਗਾ, ਕਿਉਂਕਿ ਉਹਦੇ ਕੰਨ ਵਿੱਚ ਸੁਣੇ ਨਹੀਂ, ਜ਼ਬਾਨ ਤੇ ਆਏ ਨਹੀਂ, ਆਏ ਨਹੀਂ। ਔਰ ਸਾਨੂੰ ਉਹ ਤੱਕਦਾ ਹੈ, ਅਸੀਂ ਉਹਦੇ ਛੋਟੇ ਜਿਹੇ ਦੇ ਨਾਲ ਉਹਨੂੰ ਬੁਲਾਉਂਦੇ ਹਾਂ, ਔਰ ਉਹ ਫਿਰ ਬੋਲ ਉਹਦੇ ਕੰਨਾਂ 'ਚ ਪੈਂਦੇ ਨੇ, ਐਸਤਾ ਐਸਤਾ ਜ਼ੁਬਾਨ ਤੇ ਆ ਜਾਂਦੇ ਨੇ। ਤੇਰੇ ਕੰਨਾਂ ਦੇ ਵਿੱਚ ਰੱਬ ਦਾ ਨਾਮ ਪਵੇ, ਰੱਬ ਦੀ ਇਬਾਦਤ ਪਵੇ। ਜੋ ਕੰਨਾਂ ਵਿੱਚ ਸੁਣਦਾ ਹੈ, ਇੱਕ ਬੱਚਾ ਸਾਡੀ ਗੱਲ ਸੁਣ ਕੇ, ਮਾਂ ਕਹਿੰਦੀ ਏ ਪਾਪਾ ਆ ਗਿਆ, ਚਾਚਾ ਆ ਗਿਆ, ਤਾਇਆ ਆ ਗਿਆ, ਮਾਸੀ ਆ ਗਈ, ਭੂਆ ਆ ਗਈ ਏ, ਦਾਦੀ ਆ ਗਈ ਹੈ, ਨਾਨੀ ਆ ਗਈ ਏ, ਔਰ ਬੱਚਾ ਉਵੇਂ ਹੀ ਬੋਲਦਾ ਹੈ। ਉਹਨੇ ਸੁਣਿਆ ਮਾਂ ਤੋਂ, ਤੂੰ ਸੁਣ ਗੁਰੂ ਮਾਂ ਤੋਂ ਬਚਨ ਸੁਣ, ਤੇਰੀ ਜ਼ੁਬਾਨ ਤੇ ਉਵੇਂ ਹੀ ਆਉਣਗੇ, ਉਵੇਂ ਹੀ ਆਉਣਗੇ। ਪਰਮਾਤਮਾ ਦੇ ਬਚਨਾਂ ਨੂੰ, ਇਬਾਦਤ ਨੂੰ ਸੁਣਿਆ ਨਹੀਂ, ਉਹ ਅੰਦਰ ਉਤਰੇ ਨਹੀਂ, ਅੰਦਰ ਬੋਲ ਘਰ ਨਹੀਂ ਕੀਤੇ, ਜ਼ੁਬਾਨ ਤੇ ਆਏ ਨਹੀਂ। ਮਹਾਰਾਜ ਕਹਿੰਦੇ ਇੱਧਰੋਂ ਕੰਨ ਔਰ ਬੰਦ ਕਰ ਦਿੱਤੇ ਜਾਣ। ਜਿਹੜੇ ਪਰਮਾਤਮਾ ਦਾ ਨਾਮ ਨਹੀਂ ਸੁਣਦੇ,
ਮਹਾਰਾਜ ਮਿਹਰ ਕਰਦੇ ਨੇ, ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਈ ਵਾਹਨ, ਜੋ ਜੋ ਵੰਨੈ ਦਿਹਾੜਾ, ਸੋ ਉਮਰ ਹੱਥ ਪਵਨ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕਿਸੇ ਨੇ ਕਿਹਾ ਫਰੀਦ ਸਾਹਿਬ ਔਰ ਖਜੂਰਾਂ ਆਦਿਕ ਬਹੁਤ ਮਿੱਠੀਆਂ ਨੇ ਤੇ ਉਹਨਾਂ ਨੂੰ ਛਕਣਾ ਚਾਹੀਦਾ ਹੈ ਜਾਂ ਉੱਥੇ ਪਹੁੰਚਣਾ ਚਾਹੀਦਾ ਹੈ। ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਸੱਜਣਾ ਤੂੰ ਕਹਿਣਾ ਬੜੀਆਂ ਰਸ ਵਾਲੀਆਂ ਖਜੂਰਾਂ ਨੇ, ਬੜਾ ਉਹਨਾਂ ਤੇ ਰਸ ਹੈ। ਕਹਿਣ ਲੱਗੇ, ਸੱਜਣਾ ਇਹ ਤਾਂ ਬਾਹਰ ਦੀਆਂ ਖਜੂਰਾਂ ਦੀ ਗੱਲ ਕਰਨਾ ਕਿ ਰੱਬ ਖਜੂਰੀ ਪੱਕੀਆਂ। ਰੱਬ ਦੀਆਂ ਖਜੂਰਾਂ ਕਿਹੜੀਆਂ ਨੇ? ਜਿਹੜੇ ਬੰਦਗੀ ਵਾਲੇ ਸਰੀਰ ਨੇ, ਸੰਤ ਨੇ, ਸਾਧੂ ਨੇ, ਗੁਰਸਿੱਖ ਨੇ, ਬੰਦਗੀ ਦੇ ਵਿੱਚ ਪਰਪੱਕਤਾ ਹੈ, ਨਾਮ ਵਿੱਚ ਪਰਪੱਕਤਾ ਹੈ, ਭਗਵਾਨ ਦੇ ਧਿਆਨ ਵਿੱਚ ਪਰਪੱਕਤਾ ਹੈ, ਜੀਵਨ ਵਿੱਚ ਪੱਕਤਾ ਹੈ, ਉਹ ਪੱਕ ਗਏ, ਕੱਚੇ ਨਹੀਂ, ਕੱਚਾ ਪ੍ਰਮਾਣ ਨਹੀਂ। ਔਰ ਸਾਹਿਬ ਨੇ ਕਿਹਾ, ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੁੜੇ, ਓਏ ਮੋਇਆ ਨਾ ਜਾਈ ਛੋੜ ਪੱਕੇ। ਔਰ ਪੱਕਾ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪੱਕੇ ਹੋਏ ਨੇ, ਜਿਹੜੇ ਐਸੇ ਭਗਤ ਨੇ, ਸਾਧੂ ਨੇ, ਰਿਸ਼ੀਵਰ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦਾ ਜੀਵਨ ਪਰਪੱਕਤਾ ਵਿੱਚ ਹੈ। ਉਹਨਾਂ ਦੇ ਜੀਵਨ ਅੰਦਰ ਰੱਬ ਦੇ ਬਚਨ ਪਰਪੱਕਤਾ ਸਹਿਤ ਨੇ। ਤੂੰ ਉਹਨਾਂ ਨੂੰ ਢੂੰਡ ਲੱਭ, ਉਹ ਰੱਬ ਦੀਆਂ ਬਣੀਆਂ ਖਜੂਰਾਂ ਨੇ, ਉਹ ਪੱਕੀਆਂ ਨੇ। ਤੇ ਸੱਜਣਾ ਜਿਹੜੇ ਉਹਨਾਂ ਦੇ ਬੋਲ ਆ ਨਾ, ਉਹ ਬੰਦਗੀ ਕਰਦੇ, ਦੂਜਿਆਂ ਨੂੰ ਸੁਣਾਉਂਦੇ ਬਚਨ, ਉਹ ਦੂਜਿਆਂ ਨੂੰ ਸੁਣਾਉਂਦੇ ਕੀਰਤਨ, ਉਹ ਦੂਜਿਆਂ ਨੂੰ ਸੁਣਾਉਂਦੇ ਨੇ ਵਿਚਾਰ ਭਲਾ ਕੁਨ ਬਚਨ। ਕਹਿੰਦੇ ਮਨ ਮਾਖਿਆ ਦਾ ਅਰਥ ਆ ਮਾਖਿਓ। ਮਾਖਿਓ ਦਾ ਮਤਲਬ ਸਮਝਦੇ ਹੋ ਨਾ? ਮਾਖੋ ਸ਼ਹਿਦ ਚੋਇਆ ਹੋਇਆ ਜਿਹੜਾ, ਕਹਿੰਦੇ ਉਹ ਵੀ ਮਿੱਠਾ ਹੈ। ਬਈ ਖਜੂਰਾਂ ਕਿੰਨੀਆਂ ਕੁ ਮਿੱਠੀਆਂ? ਕਹਿੰਦੇ ਮਖਿਆਲ ਵਰਗੀਆਂ। ਮਖਿਆਲ ਹੀ ਕਹਿੰਦੇ ਨਾ, ਮਾਖੋ ਦਾ ਸ਼ਹਿਦ ਚੋਇਆ ਹੋਇਆ, ਔਰ ਸ਼ਹਿਦ ਨੂੰ ਮਖਿਆਲ ਕਹਿ ਦਿੰਦੇ। ਕਹਿੰਦੇ ਬਈ ਮਖਿਆਲ ਵਰਗੇ। ਕਹਿੰਦੇ ਰੱਬ ਦੇ ਬੰਦਗੀ ਵਾਲੇ ਔਰ ਜਿਹੜੇ ਨੇ ਉਹ ਪੱਕੀਆਂ ਹੋਈਆਂ ਖਜੂਰਾਂ, ਉਹਨਾਂ ਦੇ ਬਚਨ ਜਿਹੜੇ ਨੇ, ਔਰ ਉਹ ਮਾਨੋ ਮਿਠਾਸ ਤੇ ਰਸ ਉਹਨਾਂ ਦਾ, ਔਰ ਮਾਖਿਓ ਵਰਗਾ, ਸ਼ਹਿਦ ਵਰਗਾ, ਮਖਿਆਲ ਵਰਗਾ। ਕਹਿੰਦੇ ਬਾਹਰ ਦੀਆਂ ਖਜੂਰਾਂ ਤਾਂ ਮੁੱਕ ਸਕਦੀਆਂ ਨੇ, ਇਹਨਾਂ ਚੋਂ ਮਿਠਾਸ ਤਾਂ ਮੁੱਕ ਸਕਦੀ ਏ। ਜਿਹੜੇ ਬੰਦਗੀ ਵਾਲੇ ਸਰੀਰ, ਬੰਦਗੀ ਵਾਲੀਆਂ ਰੂਹਾਂ ਹੈ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਨਈ ਵਾਹਨ। ਨਈ ਦਾ ਅਰਥ ਹੈ ਨਦੀਆਂ। ਕਹਿਣ ਲੱਗੇ ਮਾਨੋ ਉਹ ਸ਼ਹਿਦ ਦੀਆਂ ਨਦੀਆਂ ਹੀ ਵਗਦੀਆਂ ਨੇ, ਉਹ ਕਦੇ ਮੁੱਕਣ ਵਾਲੇ ਨਹੀਂ। ਉਹ ਬੰਦਗੀ ਵਾਲੇ ਬਚਨ ਸੁਣਾਈ ਜਾਂਦੇ ਆ, ਲੋਕ ਆਈ ਜਾਂਦੇ ਆ, ਉਹ ਤੋਂ ਲਾਭ ਉਠਾਈ ਜਾਂਦੇ ਆ। ਉਹ ਬਚਨ ਮੁੱਕਦੇ ਨਹੀਂ, ਮਾਲਕ ਦੇ ਨੇ। ਉਹ ਨਾਮ ਦੀਆਂ ਸ਼ਹਿਦ ਦੀਆਂ ਨਦੀਆਂ ਵਹਿੰਦੀਆਂ ਪਈਆਂ ਨੇ। ਉਹਨਾਂ ਦੇ ਕੋਲ ਆ ਪੱਕੇ ਜੀਵਨ ਵਾਲਿਆਂ ਦੇ ਉਸ ਮਿਠਾਸ ਰਸ ਨਾਮ ਨੂੰ ਚੱਖ। ਜੋ ਜੋ ਵੰਨੈ ਡੀਹੜਾ, ਜਿਹੜਾ ਜਿਹੜਾ ਡੀਹੜਾ ਦਿਨ ਉਮਰ ਦਾ ਹਿੱਸਾ ਉਹਨਾਂ ਦੀ ਸੰਗਤ ਵਿੱਚ ਵੰਨੇ ਬਤੀਤ ਹੋਵੇ। ਐਸੇ ਬੰਦਗੀ ਵਾਲੇ, ਐਸੇ ਰਸਕ ਪੁਰਸ਼ ਜਿਹੜੇ ਆ, ਜਿਹੜਾ ਜਿਹੜਾ ਔਰ ਜ਼ਿੰਦਗੀ ਦਾ ਹਿੱਸਾ, ਜ਼ਿੰਦਗੀ ਦਾ ਸਮਾਂ, ਜ਼ਿੰਦਗੀ ਦਾ ਦਿਨ ਉਹਨਾਂ ਦੀ ਸੰਗਤ ਵਿੱਚ, ਉਹਨਾਂ ਦੇ ਕੋਲ ਗੁਰੂ ਦੇ ਬਤੀਤ ਹੋਵੇ, ਸੋ ਉਮਰ ਹੱਥ ਪਵਨ। ਬਾਬਾ ਫਰੀਦ ਸਾਹਿਬ ਕਹਿੰਦੇ ਦੁਨੀਆ ਦੇ ਲੋਗੋ, ਬਾਕੀ ਤਾਂ ਸਾਰੀ ਉਮਰ ਅਜ਼ਾਈ ਚਲੀ ਗਈ। ਜਿਹੜਾ ਸਮਾਂ ਤੁਸੀਂ ਸਤ ਸੰਗਤ ਵਿੱਚ ਬਸਰ ਕੀਤਾ, ਗੁਰੂ ਕੋਲ ਬਸਰ ਕੀਤਾ, ਗੁਰੂ ਦੇ ਬਚਨਾਂ ਨੂੰ ਕਰਦਿਆਂ, ਗੁਰੂ ਦੇ ਬਚਨਾਂ ਨੂੰ ਗਾਉਂਦਿਆਂ,
ਧਿਆਉਂਦਿਆਂ ਸ਼ਰਵਣ ਕਰਦਿਆਂ ਔਰ ਪਿਆਰਿਓ ਬਚਨ ਕਰਦਿਆਂ ਜਿਹੜਾ ਸਮਾਂ ਬਤੀਤ ਕੀਤਾ ਨਾ, ਬਾਕੀ ਤਾਂ ਅਜਾਈ ਜ਼ਿੰਦਗੀ ਚਲੀ ਜਾਣੀ, ਉਹ ਤੁਹਾਡੇ ਹੱਥ ਵਿੱਚ ਆਉਣਾ ਜੇ। ਸੋ ਹੱਥ ਪਵਨ ਉਹ ਹੀ ਤੁਹਾਡੇ ਪੱਲੇ ਰਹਿ ਜਾਣਾ ਜੇ। ਸੋ ਉਮਰ ਉਹ ਉਮਰ ਜਿਹੜੀ ਰੱਬ ਲਈ ਬਤੀਤ ਕੀਤੀ, ਭਲੇ ਕਰਮ ਲਈ ਬਤੀਤ ਕੀਤੀ, ਉਹ ਉਮਰ ਹੱਥ ਪਵਾਨੋ ਦੀ ਤੁਹਾਡੇ ਹੱਥੀਂ ਰਹਿ ਜਾਣੀ ਜੇ। ਉਹੀ ਤੁਹਾਡੇ ਲਈ ਲਾਭਕਾਰੀ ਹੋਣੀ ਜੇ, ਬਾਕੀ ਸਾਰੀ ਉਜਾਈ ਹੈ। ਸਾਹਿਬ ਬਾਬਾ ਫਰੀਦ ਸਾਹਿਬ ਇਹ ਗੱਲ ਬੜੀ ਗੋਜ ਹੈ, ਉਹਨੂੰ ਬੜੇ ਤਰੀਕੇ ਦੇ ਨਾਲ ਸਮਝਾਉਂਦੇ, ਆਪਣਾ ਆਪਣਾ ਸਮਝਾਉਣ ਦਾ ਤਰੀਕਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਐਸਾ ਪਰਮਾਤਮਾ ਨਾਲ ਜੁੜਨਾ ਕੀਤਾ ਸਜਣਾ, ਕੁਝ ਹਿੱਸਾ ਉਮਰ ਦਾ ਤੇਰੇ ਪੱਲੇ ਪੈ ਜਾਵੇ, ਕੁਝ ਪੱਲੇ ਪਾ ਲਵੇਂ ਆਪਣੇ, ਕੁਝ ਸਮਾਂ ਗੁਜ਼ਾਰੇ ਪਰਮਾਤਮਾ ਦੀ ਇਬਾਦਤ ਲਈ। ਬਾਬਾ ਫਰੀਦ ਸਾਹਿਬ ਇਬਾਦਤ ਕਰਦੇ ਨੇ, ਤਨ ਵੱਲੇ ਤੱਕੇ, ਕਿਉਂਕਿ ਬੰਦਗੀ ਕਰਨ ਵਾਲਾ ਭੋਜਨ ਜਿਹੜਾ ਹੈ ਘਟਾ ਦਿੰਦਾ ਹੈ, ਨੀਂਦ ਘਟਾ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਬਚਨ ਕਰਦੇ, ਅਲਪ ਆਹਾਰ ਸੁਲਪ ਸੇ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਕਹਿੰਦੇ ਅਲਪ ਆਹਾਰ, ਥੋੜਾ ਆਹਾਰ ਭੋਜਨ ਕਰਦਾ, ਭਜਨ ਵੱਧ ਕਰਦਾ, ਭੋਜਨ ਥੋੜਾ ਕਰਦਾ, ਇਹ ਨਿਰੰਕਾਰ ਵਾਲੇ ਦੀ ਬਿਰਤੀ ਹੈ, ਪਰਮਾਤਮਾ ਪ੍ਰਸ ਦੀ ਬਿਰਤੀ ਹੈ। ਜਿਹੜਾ ਸੰਸਾਰੀ ਹੈ ਉਹ ਭਜਨ ਤਾਂ ਮੇਰੀ ਤਰ੍ਹਾਂ ਕਰੇ ਜਾਂ ਨਾ ਕਰੇ, ਨਿਤਨੇਮ ਕਰੇ ਜਾਂ ਨਾ ਕਰੇ, ਇਧਰੋਂ ਆਇਆ ਕੀ ਬਣਾਇਆ, ਇਧਰੋਂ ਆਇਆ ਆ ਵੀ ਖਾ ਲਿਆ, ਉਧਰ ਨੂੰ ਗਿਆ ਆ ਵੀ ਖਾ ਲਿਆ, ਔਰ ਉੱਪਰੋਂ ਖਾਈ ਜਾਂਦਾ ਹੈ ਤੇ ਪਿਆਰਿਓ ਪੇਟ ਜਿਹੜਾ ਭੁਖਾਨੇ ਵਾਂਗੂ ਫੁੱਲੀ ਜਾਂਦਾ ਹੈ। ਮਹਾਰਾਜ ਸਾਹਿਬ ਕਹਿੰਦੇ ਜਿਨ ਖਾਏ ਵਧਾਇਆ ਪੇਟ, ਫਿਰ ਰੱਬ ਨੂੰ ਜਿਹੜਾ ਸੀ ਨਾ ਯਾਦ ਕੀਤੋ ਸ। ਮਹਾਰਾਜ ਕਹਿੰਦੇ ਬੰਦਗੀ ਕਰ, ਇਬਾਦਤ ਕਰ, ਮਤਲਬ ਸੀ ਸਿਮਰਨ ਕਰਨ ਦਾ, ਔਰ ਉਹ ਥੋੜਾ ਖਾਵੇ ਥੋੜਾ ਹੀ ਸਵੇ। ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ। ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਤਨ ਇੱਕ ਤਾਂ ਵਡਾਪਾ ਆ ਗਿਆ ਤੇ ਮਾਸਪੇਸ਼ੀਆਂ ਸੁੱਕ ਗਈਆਂ, ਹੱਡ ਨਦਰ ਆਉਣ ਲੱਗ ਪਏ, ਤੇ ਇੱਥੋਂ ਤੱਕ ਵੀ ਵਿਦਵਾਨ ਕਹਿੰਦੇ ਕਿ ਜੰਗਲ ਵਿੱਚ ਇਬਾਦਤ ਕਰਦਿਆਂ ਪੰਛੀਆਂ ਨੇ ਠੁੰਗ ਵੀ ਮਾਰੇ, ਭਾਈ ਕਾਵਾਂ ਆਦਿ ਨੇ ਮਾਸ ਜਾਣ ਕੇ ਔਰ ਬੰਦਗੀ ਕਰਦੇ ਨੂੰ ਠੁੰਗ ਵੀ ਮਾਰੇ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਨ ਸੁੱਕ ਗਿਆ, ਮਾਸ ਕੇਵਲ ਰਹਿ ਗਈ ਹੱਡੀਆਂ ਦੀ ਮੁੱਠ, ਪਿੰਜਰਾ, ਔਰ ਜਿਹੜਾ ਬਣਿਆ ਹੋਇਆ ਢਾਂਚਾ ਹੱਡੀਆਂ ਦਾ ਦਿਸਦਾ ਪਿਆ। ਹੁਣ ਤਨ ਤੇ ਮਾਸਪੇਸ਼ੀਆਂ ਰਹਿ ਨਹੀਂ ਗਈਆਂ, ਹੱਡੀਆਂ ਦੂਰੋਂ ਨਜ਼ਰ ਆਉਂਦੀਆਂ ਨੇ, ਥੀਆ ਦਿਸਦਾ, ਤੇ ਤਲੀਆਂ ਖੁੱਡਾ ਕਾਗ, ਕਾਉ ਜਿਹੜੇ ਆ ਕੇ ਤਲੀਆਂ ਦੇ ਵਿੱਚ ਚੁੰਝਾਂ ਪਏ ਮਾਰਦੇ ਨੇ। ਕਹਿਣ ਲੱਗੇ ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ, ਆ ਅਵਸਥਾ ਵੀ ਆ ਗਈ, ਅਜੇ ਵੀ ਪਰਮਾਤਮਾ ਦੀ ਉਡੀਕ ਵਿੱਚ ਬੈਠਾ, ਛੱਡੀ ਨਹੀਂ। ਇਹ ਮੇਰੇ ਭਾਗ ਮੰਦੇ ਬਈ ਮੈਨੂੰ ਅਜੇ ਮਿਲਿਆ ਨਹੀਂ, ਮੈਂ ਅਜੇ ਪਹੁੰਚ ਨਹੀਂ ਸਕਿਆ, ਇਹ ਘਾਟ ਮੇਰੇ 'ਚ, ਉਹਦੇ 'ਚ ਨਹੀਂ। ਮਹਾਰਾਜ ਸਾਹਿਬ ਕਹਿੰਦੇ ਤਨ ਸੁੱਕਾ ਪਿੰਜਰ ਥੀਆ, ਸਰੀਰ ਤੇ ਬੁਢਾਪਾ ਆ ਗਿਆ। ਇੰਦਰੇ ਜਵਾਬ ਦੇ ਗਏ, ਜਿਹੜੇ ਇੰਦਰੇ ਨੇ, ਕਰਮ ਇੰਦਰੇ, ਗਿਆਨ ਇੰਦਰੇ, ਸਾਰੇ ਜਵਾਬ ਦੇਣ ਲੱਗ ਪਏ। ਤਨ ਤੁਰ ਵੀ ਨਹੀਂ ਸਕਦਾ, ਬੈਠ ਗਿਆ। ਮਹਾਰਾਜ ਕਹਿੰਦੇ ਤਲੀਆਂ ਖੁੱਡਾ ਕਾਗ, ਮਨ ਔਰ ਚਿੱਤ ਜਾਂ ਬੁੱਧ, ਇਹ ਕਹਿ ਲਓ, ਇਹਨਾਂ ਦੇ ਉੱਪਰ ਚੁੰਝਾਂ ਮਾਰਦੇ ਕਾਗ ਵਿਕਾਰਾਂ ਦੇ। ਕਹਿੰਦੇ ਤਨ ਤੇ ਵਡੇਪਾ ਆ ਗਿਆ ਤੇ ਗੱਲਾਂ ਅਜੇ ਨਹੀਂ ਵਿਚਾਰਾਂ ਬਦਲੀਆਂ, ਅੰਦਰੋਂ ਵਿਚਾਰਾਂ ਉਹੀ ਵਿਕਾਰਾਂ ਵਾਲੀਆਂ ਨਿਕਲਦੀਆਂ ਪਈਆਂ ਨੇ। ਓਏ ਜਿੰਨੇ ਜਵਾਨੀ ਵਿੱਚ ਰੱਬ ਵੱਲ ਨੂੰ ਨਹੀਂ ਨਾ ਤੁਰਨਾ ਕੀਤਾ, ਤੇ ਕਈ ਵਾਰ ਬਿਰਧ ਹੋਏ ਬਾਬਿਆਂ ਦੀਆਂ ਗੱਲਾਂ ਸੁਣਿਆ ਜੇ, ਬਜ਼ੁਰਗਾਂ ਦੀਆਂ, ਦੇਖ ਕੇ ਕਈ ਵਾਰ ਕੰਨਾਂ 'ਚ ਉਂਗਲੀਆਂ ਪਾ ਲਈਆਂ, ਹੱਦ ਹੋ ਗਈ, ਇਹ ਕਿੱਥੇ ਖੜਾ ਹੋਇਆ ਹੈ, ਇਹ ਕੀ ਕਰਦਾ ਪਿਆ, ਇਹਦਾ ਤਨ ਬਿਰਧ ਹੋ ਗਿਆ।
ਕਿਹੋ ਜੀ ਵਿਚਾਰਧਾਰਾ। ਤਲੀਆਂ ਖੁੰਡਾ ਕਾਗ, ਕਹਿਣ ਲੱਗੇ ਕਾਉ ਜਿਹੜੇ ਵਿਕਾਰ ਨੇ। ਕਾਂ ਦਾ ਇੱਥੇ ਹਵਾਲਾ ਕਿਉਂ ਲਿਆ? ਪੰਛੀ ਤਾਂ ਹੋਰ ਵੀ ਸਨ, ਕਿਉਂਕਿ ਕਾਂ ਗੰਦਗੀ 'ਚ ਚੁੰਝ ਮਾਰਦਾ ਹੈ, ਗੰਦਗੀ 'ਚ। ਤੇ ਮਹਾਰਾਜ ਕਹਿੰਦੇ ਜਿਹੜੇ ਵਿਕਾਰ ਉਹ ਚੰਗੇ ਨਹੀਂ, ਉਹ ਵੀ ਗੰਦੀਆਂ ਵਿਚਾਰਾਂ ਹੀ ਪ੍ਰਗਟ ਹੁੰਦੀਆਂ। ਜਦੋਂ ਵਿਕਾਰ, ਕਾਮ, ਕ੍ਰੋਧ, ਲੋਭ ਆਣ ਕੇ ਉਤਪੰਨ ਹੁੰਦੇ ਨਾ, ਉਤਸ਼ਾਹਤ ਕਰਦੇ, ਸਰੀਰ ਦੇ ਨੇੜੇ ਆਉਂਦੇ, ਭੈੜੇ ਖਿਆਲ ਪੈਦਾ ਹੁੰਦੇ ਨੇ। ਕਹਿਣ ਲੱਗੇ ਉਹ ਵੀ ਆ ਕੇ ਅਜੇ ਵੀ ਕਦੇ ਠੂੰਗੇ ਮਾਰਦੇ ਨੇ ਕਿ ਆ ਇੱਧਰ ਨੂੰ ਚੱਲ, ਫੁਰਨਿਆਂ ਨੂੰ ਉਤਸ਼ਾਹਤ ਕਰਦੇ ਨੇ। ਕਹਿਣ ਲੱਗੇ ਅਜੇ ਉਡੀਕ ਇਹ ਤਾਂ ਨੇੜੇ ਨੂੰ ਆਉਂਦੇ ਨੇ ਭੱਜ ਭੱਜ ਕੇ ਵੀ। ਕਹਿਣ ਲੱਗੇ ਅਜੇ ਸੋ ਰੱਬ ਨਾ ਬੌੜਿਓ, ਅਜੇ ਮਾਲਕ ਦੀ ਉਡੀਕ ਆ, ਅਜੇ ਪਰਮਾਤਮਾ ਨੇ ਮੁੜ ਕੇ ਮੇਰੇ ਵੱਲ ਨੇ ਦੇਖਣਾ ਕੀਤਾ, ਅੰਦਰ ਅਜੇ ਪ੍ਰਗਟ ਨਹੀਂ ਹੋਣਾ ਕੀਤਾ। ਦੇਖ ਬੰਦੇ ਕੇ ਭਾਗ, ਮਨੁੱਖ ਦੇ ਭਾਗ ਨੇ ਮਾੜੇ, ਕਿਉਂਕਿ ਮਾਲਕ ਪ੍ਰਗਟ ਨਹੀਂ ਕਰ ਸਕਿਆ, ਜ਼ਿੰਦਗੀ ਸਾਰੀ ਬਤੀਤ ਹੋ ਗਈ। ਹੁਣ ਕਹਾਂਗੇ ਕਿਉਂ ਨਹੀਂ ਹੋਇਆ? ਕਿਉਂਕਿ ਸਾਡੇ ਮਨ ਅੰਦਰ ਸਵਾਲ ਬੜੇ ਖੜੇ ਹੋ ਜਾਂਦੇ। ਉਹ ਤਾਂ ਨਹੀਂ ਹੋਇਆ ਜਿੰਨਾ ਚਿਰ ਵਿਰੋਧੀ ਕਾਉ ਅੰਦਰ ਵਸਦੇ ਆ ਨਾ, ਉਹਨਾਂ ਚਿਰ ਅਕਾਲ ਨਹੀਂ ਆਉਂਦਾ। ਜਿੱਦਣ ਇਹ ਪਿੱਛੇ ਹਟ ਗਏ, ਜਾਪ ਕਰਨੇ ਆ, ਇਹਨਾਂ ਦੇ ਖਿਆਲਾਤ ਅੰਦਰ ਨਾ ਆਏ, ਔਰ ਉਦਨ ਭਗਵਾਨ ਆਵੇਗਾ, ਉਦਨ ਪਰਮਾਤਮਾ ਆਵੇਗਾ। ਮਹਾਰਾਜ ਇਹ ਸਮਝਾਉਂਦੇ ਨੇ, ਬਚਪਨਾ ਬੇਸਮਝੀ ਚ ਗੁਜ਼ਰਿਆ ਤੇ ਜਵਾਨੀ ਵਿਕਾਰਾਂ ਦੇ ਵਿੱਚ ਗੁਜ਼ਾਰ ਦਿੱਤੀ। ਅਖੀਰਲੇ ਸਮੇਂ ਵੀ ਨਿਰੰਕਾਰ ਨਾਲ ਚਿਤਵਿਆ। ਜਵਾਨੀ ਤੋਂ ਲੈ ਕੇ ਵਡਾਪੇ ਤੱਕ ਅੰਦਰ ਦੇ ਖਿਆਲ ਨਹੀਂ ਬਦਲੇ, ਵਿਕਾਰ ਹੀ ਚਿਤਵਦਾ ਰਿਹਾ, ਨਿਰੰਕਾਰ ਨਹੀਂ ਚਿਤਵਿਆ। ਔਰ ਤਨ ਤੇ ਹਾਵੀ ਉਹੀ ਖਿਆਲਾਤ ਰਹਿ। ਮਹਾਰਾਜ ਸਾਹਿਬ ਕਹਿੰਦੇ ਕਿਸੇ ਦੇ ਤਨ ਸੁੰਦਰ ਨੂੰ ਤੱਕ ਕੇ ਖਿਆਲਾਤ ਬਣ ਗਏ, ਕਿਸੇ ਦੇ ਧਨ ਨੂੰ ਤੱਕ ਕੇ ਲੋਭ ਅੰਦਰ ਆਵਾਜ਼ਾਂ ਮਾਰਦਾ ਰਿਹਾ, ਅੰਦਰੋਂ ਕੁੱਤਾ ਭੌਂਕਦਾ ਰਿਹਾ, ਆਹ ਹੋ ਜਾਵੇ ਉਹ ਹੋ ਜਾਵੇ। ਮਹਾਰਾਜ ਸਾਹਿਬ ਕਹਿੰਦੇ ਠੁੰਗਾ ਮਾਰਦੇ ਹੀ ਰਹੇ, ਨਿਰੰਕਾਰ ਆਇਆ ਨਾ। ਕਿਉਂਕਿ ਇਹ ਜਿੰਨਾ ਚਿਰ ਵਿਕਾਰਾਂ ਵਾਲੀਆਂ ਬਿਰਤੀਆਂ ਅੰਦਰ ਹਾਵੀ ਆ ਨਾ, ਪਹਿਲਾਂ ਇਹਨਾਂ ਨੂੰ ਦਮਨ ਕਰ। ਜਿੱਦਣ ਇਹਨਾਂ ਨੂੰ ਦਬਾ ਦੇਗਾ, ਵਿਚਾਰ ਸ਼ੁੱਧ ਹੋ ਜਾਣਗੇ, ਨਿਰੰਕਾਰ ਪ੍ਰਗਟ ਹੋ ਜਾਏਗਾ। ਇਹ ਮਨੁੱਖ ਦੇ ਮਾੜੇ ਭਾਗ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਾਗਾ ਕਰੰਗ ਟੰਡੋਲਿਆ, ਕਾਗਾ ਨੇ ਕਰੰਗ ਸਰੀਰ ਸੁੱਕਾ ਹੋਇਆ ਜਿਹੜਾ ਹੈ ਉਹਨੂੰ ਟੰਡੋਲਿਆ, ਲੱਭ ਲਿਆ। ਇਸ ਤਨ ਨੂੰ, ਸਰੀਰ ਨੂੰ ਕਾਮਾਂ ਨੇ ਭਾਲ ਲਿਆ, ਵਿਕਾਰਾਂ ਨੇ ਫਿਰ ਭਾਲ ਲਿਆ, ਔਰ ਉਹਨਾਂ ਨੇ ਆ ਕੇ ਭਾਲ ਲਿਆ ਵਿਕਾਰਾਂ ਨੇ। ਤੇ ਕਹਿੰਦੇ ਸਗਲਾ ਖਾਇਆ ਮਾਸ, ਉਹਨਾਂ ਮਾਸ ਚੁੰਡਿਆ। ਤੇ ਕਹਿਣ ਲੱਗੇ ਜਦੋਂ ਇਹਨਾਂ ਮਾਸ ਖਾ ਲਿਆ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ, ਮਨ ਤੇ ਬੁੱਧ ਨੇਤਰਾਂ ਦੇ ਨੇੜੇ ਨਾ ਆਇਆ ਜੇ। ਵਿਕਾਰਾਂ ਨੂੰ ਕਿਹਾ ਇਹਦੇ ਨੇੜੇ ਨਾ ਢੁਕਿਆ ਜੇ, ਕਿਉਂ ਮੈਂ ਅਜੇ ਮਾਲਕ ਨੂੰ ਤੱਕਣਾ ਆ। ਔਰ ਬਾਹਰ ਦੀਆਂ ਅੱਖਾਂ ਨੂੰ ਤੱਕ ਕੇ ਵੀ ਕਿਹਾ ਸੀ, ਕਹਿੰਦੇ ਤਨ ਤੇ ਠੂੰਗਾ ਮਾਰਿਆ। ਤੇ ਜਦੋਂ ਕਾਉ ਕਿਤੇ ਅੱਖ ਤੇ ਠੂੰਗਾ ਮਾਰਨ ਲੱਗਾ, ਬਾਬਾ ਫਰੀਦ ਸਾਹਿਬ ਨੇ ਹਟਕ ਦਿੱਤਾ। ਕਹਿੰਦਾ ਤਨ ਦਾ ਮਾਸ ਪੰਛੀਓ ਭਾਵੇਂ ਸਾਰਾ ਲੋਚ ਲਿਆ ਜੇ, ਔਰ ਪਰਮਾਤਮਾ ਨੂੰ ਅਜੇ ਮੈਂ ਸਰਗੁਣਤਾ ਦੇ ਵਿੱਚ ਔਰ ਇਹਨਾਂ ਦੀਦਿਆਂ ਨਾਲ ਦੇਖਣਾ ਹੈ। ਮਨੁੱਖ ਤੇਰੇ ਅੰਦਰ ਦੀ ਇਹ ਭਾਵਨਾ ਹੋਵੇ, ਸਾਰੀ ਜ਼ਿੰਦਗੀ ਜਵਾਨੀ ਲੰਘ ਗਈ ਹੈ, ਸਗਲਾ ਖਾਇਆ ਮਾਸ, ਸਾਰਾ ਸਮਾਂ ਚਲਾ ਗਿਆ, ਤਨ ਤੇ ਵਡਾਪਾ ਆ ਗਿਆ ਹੈ, ਪਤਾ ਨਹੀਂ ਅੱਜ ਕੇ ਕੱਲ ਹੈ। ਔਰ ਮਹਾਰਾਜ ਸਾਹਿਬ ਕਹਿੰਦੇ ਹੁਣ ਇਹ 2 ਵਕਤ ਤਾਂ ਕੇਵਲ ਇਬਾਦਤ ਕਰ। ਹੁਣ ਤਾਂ ਮਨ ਤੇ ਤਨ ਜਿਹੜਾ ਆ, ਮਨ ਤੇ ਬੁੱਧ, ਹੁਣ ਤਾਂ ਇਹਨਾਂ 2 ਨੇਤਰਾਂ ਦੇ ਨਾਲ ਕਿਤੇ ਰੱਬ ਦੀ ਉਡੀਕ ਕਰ। ਹੁਣ ਦੂਜਿਆਂ ਨੂੰ ਨਾ ਆਵਾਜ਼ਾਂ ਮਾਰ, ਹੁਣ ਤਾਂ ਪ੍ਰਮਾਤਮਾ ਨੂੰ ਆਵਾਜ਼ ਮਾਰ ਲਾ। ਤੇਰਾ ਅਖੀਰਲਾ ਸਮਾਂ ਆ ਗਿਆ ਹੈ
ਕਿਤੇ ਰੱਬ ਤੈਨੂੰ ਹੋਣੀ ਚੇਤੇ ਆ ਜਾਵੇ। ਮਹਾਰਾਜ ਕਹਿੰਦੇ ਨੇ ਔਰ ਅੰਦਰੋਂ ਆਵਾਜ਼ ਹੋਵੇ ਕਿ ਮੇਰੇ ਨਿਰੰਕਾਰ ਦਾ ਦੀਦਾਰ ਮੈਨੂੰ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਉਹ ਸਮਾਂ ਆ ਗਿਆ ਹੈ। ਜਦੋਂ ਐਸਾ ਹੋਇਆ ਨਾ, ਮਹਾਰਾਜ ਕਹਿੰਦੇ ਕਾਗਾ ਚੁੰਡ ਨਾ ਪਿੰਜਰਾ ਬਸੈ ਤੋ ਉੱਡਰ ਜਾਏ। ਕਹਿ ਲੱਗੇ ਹੇ ਕਾਮੋ ਇਸ ਪਿੰਜਰੇ ਨੂੰ ਨਾ ਚੁੰਡੋ, ਬਸੈ ਤੋ ਉੱਡਰ ਜਾਏ। ਜਿੱਦਣ ਇਹਦੇ ਅੰਦਰ ਵਾਸਾ ਹੋਇਆ ਉਦੋਂ ਇਹ ਪਿੰਜਰੇ ਨੂੰ ਛੱਡ ਕੇ ਉਡਾਰੀ ਮਾਰ ਜਾਣੀ। ਬਸੇ ਤੋਂ ਉੱਡਰ ਜਾਏ ਜਿਤ ਪਿੰਜਰੈ ਮੇਰਾ ਸੌ ਬਸੈ। ਜਿਹੜੇ ਇਸ ਢਾਂਚੇ ਦੇ ਅੰਦਰ ਸਰੀਰ ਦੇ ਅੰਦਰ ਮੇਰਾ ਮਾਲਕ ਪ੍ਰਭੂ ਆ ਕੇ ਵਸ ਜਾਂਦਾ ਹੈ ਨਾ, ਮਾਸ ਨਾ ਤਿੱਦੂ ਖਾਏ। ਉਹਨੂੰ ਵਿਕਾਰ ਪੋ ਨਹੀਂ ਸਕਦੇ, ਉਹਨੂੰ ਛੋ ਨਹੀਂ ਸਕਦੇ। ਉਹਦੇ ਲਾਗੇ ਮਾਸਾਹਾਰੀ ਪੰਛੀ ਤੇ ਜੀਵ ਜੰਗਲ ਦੇ ਆ ਕੇ ਉਹਦੀ ਰਖਵਾਲੀ ਕਰਦੇ ਨੇ, ਉਹਨੂੰ ਕੁਝ ਨਹੀਂ ਕਹਿੰਦੇ, ਉਹਨੂੰ ਕਦੇ ਵੀ ਔਰ ਛੋ ਨਹੀਂ ਸਕਦੇ, ਪੋ ਨਹੀਂ ਸਕਦੇ। ਔਰ ਮਹਾਤਮਾ ਬੁੱਧ ਦੇ ਜੀਵਨ ਅੰਦਰ ਇੱਕ ਘਟਨਾ ਆਉਂਦੀ ਹੈ ਕਿ ਮਹਾਤਮਾ ਬੁੱਧ ਜਿਹੜੇ ਜੰਗਲ ਦੇ ਵਿੱਚ ਬੈਠ ਕੇ ਇਬਾਦਤ ਕਰਦਾ ਸੀ ਨਾ, ਉੱਥੇ ਜੰਗਲ ਦਾ ਇੱਕ ਹਾਥੀ ਪਹਿਰਾ ਦਿੰਦਾ ਸੀ। ਜਦੋਂ ਉਹਨਾਂ ਸਮਾਧੀ ਸਥਿਤ ਹੋਣਾ, ਉਹਨੇ ਦਾਲੇ ਦਾਲੇ ਤੁਰੇ ਫਿਰਨਾ ਵੀ ਕੋਈ ਮਾਸਾਹਾਰੀ ਜੀਵ ਕੋਈ ਆ ਕੇ ਨੂੰ ਕਰੇ ਨਾ ਕੋਈ, ਔਰ ਪ੍ਰਭਾਵ ਪਿਆ ਉਹਦੀ ਬੰਦਗੀ ਦਾ। ਤੇ ਜਿੱਦਣ ਮਹਾਤਮਾ ਬੁੱਧ ਉਥੋਂ ਤੁਰਿਆ ਨਾ, ਮਹਾਤਮਾ ਬੁੱਧ ਆਪਣੀ ਮੌਜ ਵਿੱਚ ਜਿੰਨਾ ਚਿਰ ਜੀ ਕਰਦਾ ਸੀ ਕਿਤੇ ਬੈਠਦਾ ਸੀ, ਫਿਰ ਅੱਗੇ ਨਿਕਲ ਜਾਂਦਾ ਸੀ। ਕਿਉਂ? ਕਹਿੰਦਾ ਸੀ ਇਸ ਜਗ੍ਹਾ ਨਾਲ ਮੋਹ ਨਾ ਪੈ ਜਾਵੇ, ਮੋਹ ਤੋਂ ਬਚਣਾ ਹੈ। ਅੱਗੇ ਨੂੰ ਤੁਰਿਆ, ਉਹ ਹਾਥੀ ਜਿਹੜਾ ਸੀ ਉਹਨੇ ਮਹਾਤਮਾ ਬੁੱਧ ਦੇ ਤੁਰਨ ਤੋਂ ਤੁਰਦੇ ਸਾਰ ਆਪਣੀ ਜਾਨ ਜਿਹੜੀ ਸੀ ਤੜਫ ਤੜਫ ਕੇ ਵਿਛੋੜੇ ਵਿੱਚ ਨਿਸ਼ਾਵਰ ਕਰ ਦਿੱਤੀ। ਉਹ ਜਿਹੜਾ ਪਹਿਰਾ ਦਿੰਦਾ ਹੈ ਬੰਦਗੀ ਵਾਲੇ ਨੂੰ, ਛੇਰ ਹੋਵੇ ਬਗਿਆੜ ਹੋਵੇ ਲੱਕੜ ਬੱਗੇ ਹੋਣ, ਉਹ ਬੈਠਾ ਹੈ, ਉਹਦੇ ਮਾਸ ਨੂੰ ਲੋਚ ਨਹੀਂ ਸਕਦੇ। ਕਹਿੰਦੇ ਮਾਸ ਨਾ ਤਿੱਦੂ, ਤਿਸ ਦਾ ਮਾਸ ਨਹੀਂ ਉਹ ਖਾਂਦੇ, ਉਹਦੀ ਰਖਵਾਲੀ ਕਰਦੇ ਨੇ। ਔਰ ਪਿਆਰਿਓ ਮਹਾਰਾਜ ਸਾਹਿਬ ਕਹਿੰਦੇ ਨੇ ਉਹਦਾ ਮਾਸ ਛੋਂਦੇ ਨਹੀਂ ਮਾਸਾਹਾਰੀ ਜੀਵ, ਉਹਨੂੰ ਇਹ ਛੋਂਦੇ ਨਹੀਂ। ਵਿਕਾਰ ਰੂਪ ਪੰਛੀ ਕਾਉ ਆਦਿ ਜਿਹੜੇ ਨੇ ਉਹਨੂੰ ਛੋ ਨਹੀਂ ਸਕਦੇ, ਉਹਦੇ ਤੋਂ ਦੂਰ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਉਹ ਪਰਮਾਤਮਾ ਨੂੰ ਜਪ ਆਰਾਧ, ਔਰ ਤੇਰੇ ਤੇ ਗੁਰੂ ਦੀ ਕਿਰਪਾ ਹੋਵੇਗੀ। ਇਹਨਾਂ ਖਿਆਲਾਂ ਨੂੰ ਬਦਲ, ਵਿਚਾਰਾਂ ਨੂੰ ਬਦਲਣਗੇ ਤਾਂ ਜਦੋਂ ਜੀਵਨ ਅੰਦਰ ਜੋ ਸੁਣਦਾ ਹੈ ਉਹ ਤੇਰੇ ਦਿਲ ਔਰ ਦਿਮਾਗ ਤੇ ਅੰਦਰ ਉਤਰੇਗਾ। ਜੇ ਸੁਣਿਆ ਨਹੀਂ ਪਰਮਾਤਮਾ ਦੇ ਨਾਮ ਨੂੰ, ਗਿਆਨ ਨੂੰ, ਔਰ ਪਿਆਰਿਓ ਫਿਰ ਅੰਦਰ ਦੀ ਸੁਰਤ ਨਹੀਂ ਇਕਾਗਰਤਾ ਵੱਲ ਨੂੰ ਆਉਣੀ, ਪਰਮਾਤਮਾ ਵੱਲ ਨੂੰ ਆਉਣੀ, ਗੁਰੂ ਕੋਲ ਆਉਣੇ ਆ। ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਬੇਨਤੀ ਕਰਿਆ ਕਰੀਏ, ਵਾਹਿਗੁਰੂ ਤੂੰ ਕਿਰਪਾ ਕਰੇ, ਤੇਰੇ ਕੋਲ ਨਾਮ ਦੀਆਂ ਨਦੀਆਂ ਵਹਿੰਦੀਆਂ ਨੇ, ਕਿਤੇ ਕਤਰਾ ਸਾਨੂੰ ਵੀ ਬਖਸ਼ ਦੇ ਉਹਦੇ ਵਿੱਚ। ਜਿਹੜੇ ਤੇਰੇ ਪਿਆਰੇ ਉਹਦੇ ਵਿੱਚ ਇਸ਼ਨਾਨ ਕਰਦੇ, ਰਸ ਨਾਲ ਰਸੇ ਪੱਕੇ ਹੋਏ ਨੇ, ਉਹਨਾਂ ਦਾ ਸੰਗ ਬਖਸ਼ ਦੇ, ਕਿਤੇ ਅਸੀਂ ਵੀ ਤੇਰੇ ਰਸ ਨੂੰ ਮਾਨਣ ਵਾਲੇ ਹੋ ਜਾਈਏ। ਨਹੀਂ ਤਾਂ ਤੋੜਨ ਵਾਲੇ ਸੱਜਣ ਵੀ ਮਿਲ ਜਾਣਗੇ, ਜੋੜਨ ਵਾਲਾ ਕੋਈ ਇੱਕ ਅੱਧਾ ਮਿਲੇਗਾ। ਉਹਨੂੰ ਢੂੰਡੀਏ ਭਾਲੀਏ ਜਿਹੜਾ ਸਾਡੀ ਟੁੱਟੀ ਹੋਈ ਸੁਰਤ ਨੂੰ ਜੋੜ ਦੇਵੇ। ਗੁਰੂ ਕੋਲ ਆਈਏ, ਗੁਰੂ ਜੋੜਦਾ ਜੇ। ਸੰਸਾਰ ਵੱਲ ਨੂੰ ਜਾਈਏ, ਤੋੜਦੇ ਜੇ। ਇਹ ਬੜੇ ਬੜੇ ਐਗਜ਼ਾਮਪਲ ਦੇਣਗੇ, ਬੜੇ ਹਵਾਲੇ ਦੇਣਗੇ ਕਿ ਆਹ ਨਹੀਂ ਜੀ ਵੋ ਨਹੀਂ, ਨਹੀਂ ਭਲਿਓ ਭਰੋਸੇ ਦੇ ਨਾਲ। ਤੇ ਕੁਝ ਦਾ ਖਿਆਲ ਹੁੰਦਾ ਹੈ ਜੀ ਦਿਖਾਓ। ਜਿਹੜਾ ਸੰਸਾਰ ਤੇ ਸਾਇੰਸਦਾਨ ਹੈ ਨਾ, ਔਰ ਉਹ ਕਹਿੰਦਾ ਪਹਿਲਾਂ ਦੇਖਾਂਗੇ ਫਿਰ ਭਰੋਸਾ। ਜਿੰਨਾ ਚਿਰ ਉਹ ਦੇਖਦਾ ਨਹੀਂ, ਭਰੋਸਾ ਨਹੀਂ ਕਰਦਾ ਕਿਸੇ ਗੱਲ ਤੇ। ਤੇ ਜਿਹੜਾ ਹੈ ਨਾ ਧਰਮ, ਇਹ ਕਹਿੰਦੇ ਪਹਿਲਾਂ ਭਰੋਸਾ ਕਰ, ਵਿਸ਼ਵਾਸ ਕਰ, ਫਿਰ ਤੈਨੂੰ ਦਿਸੇਗਾ। ਔਰ ਮਹਾਰਾਜ ਸਾਹਿਬ ਕਹਿੰਦੇ ਨੇ ਜਿਹਨੇ ਭਰੋਸਾ ਕਰ ਲਿਆ ਉਹਨੂੰ ਨਦਰ ਆਉਂਦਾ ਹੈ
ਤੇ ਜਿਹਨੇ ਭਰੋਸਾ ਨਹੀਂ ਕੀਤਾ ਉਹਨੂੰ ਨਹੀਂ। ਉਧਰ ਨੂੰ ਜਾਓਗੇ ਸਾਇੰਸ ਵੱਲ ਨੂੰ, ਤੇ ਪਹਿਲਾਂ ਤੁਸੀਂ ਕਹੋਗੇ ਦੇਖਣਾ ਹੈ ਰੱਬ, ਪਹਿਲਾਂ ਦਿਸਦਾ ਨਹੀਂ। ਮਹਾਰਾਜ ਕਹਿੰਦੇ ਪਹਿਲਾਂ ਭਰੋਸਾ ਕਰਕੇ ਬੰਦਗੀ ਕਰ ਔਰ ਬਾਣੀ ਨੂੰ ਪੜ੍ਹ, ਧਰਮ ਦੇ ਕਰਮ ਕਰ, ਫਿਰ ਤੈਨੂੰ ਦੀਦਾਰ ਹੋਵੇਗਾ। ਉਹ ਕਹਿੰਦਾ ਪਹਿਲਾਂ ਦਿਸੇ ਫਿਰ ਮੈਂ ਦੱਸਾਂਗਾ ਬੀਜ ਦਾ ਕੀ ਬਣੇਗਾ, ਬੀਜ ਫਲੀਭੂਤ ਕਿੰਨਾ ਕੁ ਹੋਵੇਗਾ। ਮਹਾਰਾਜ ਕਿਰਪਾ ਕਰੇ ਸਾਨੂੰ ਭਰੋਸਾ ਆਵੇ, ਜਾ ਕੇ ਮਨ ਮਹਿ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਮਨ 'ਚ ਵਿਸ਼ਵਾਸ ਆਉਂਦਾ ਹੈ, ਗੁਰੂ ਕਿਰਪਾ ਕਰੇ ਭਰੋਸੇ ਵਾਲੇ ਬਣੀਏ, ਸਾਡੇ ਮਨਾਂ ਵਿੱਚ ਭਰੋਸਾ ਆਵੇ। ਸਾਡਾ ਆਇਆ ਸਫਲਾ, ਬੇਅੰਤ ਭੁੱਲਾਂ ਦੀ ਖਿਮਾ, ਸਾਹਿਬ ਦੇ ਬਚਨ ਜਾਣ ਕੇ ਹਿਰਦਿਆਂ 'ਚ ਵਸਾਵਣੇ। ਦਾਸ ਨੂੰ ਆਪ ਸੰਗਤ ਦੇ ਦਰ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ